ਕਿਸਾਨਾਂ ਵੱਲੋਂ 26 ਜਨਵਰੀ ਮੌਕੇ ਵੱਡਾ ਐਕਸ਼ਨ ਕਰਨ ਦੀ ਤਿਆਰੀ। ਦਿੱਲੀ ਪੁਲਿਸ ਲਈ ਵਧੀ ਚੁਣੌਤੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਖੇਤੀ ਕਾਨੂੰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਕਿਸਾਨਾਂ ਦਾ ਦਿੱਲੀ ਦੀ ਬਰੂਹਾਂ ਤੇ ਚੱਲ ਰਿਹਾ ਅੰਦੋਲਨ ਅੱਜ 55ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਸਰਕਾਰ ਤੇ ਦਬਾਅ ਬਣਾਉਣ ਲਈ ਹੁਣ 26 ਜਨਵਰੀ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਵਿੱਚ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਜਾਣਕਾਰੀ ਮਿਲੀ ਹੈ ਕਿ 26 ਜਨਵਰੀ ਨੂੰ 1 ਲੱਖ ਬਾਈਕਰਸ ਮੋਟਰਸਾਈਕਲ ਤੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣਗੇ। ਇਹ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਦੀ ਮੁਸੀਬਤ ਵੱਧ ਗਈ ਹੈ। 26 ਜਨਵਰੀ ਨੂੰ ਪੁਲਿਸ ਨੂੰ ਸੁਰੱਖਿਆ ਤੇ ਪੁਖਤਾ ਇੰਤਜ਼ਾਮ ਕਰਨੇ ਪੈ ਰਹੇ ਨੇ। ਇਸ ਤੋਂ ਇਲਾਵਾ 94 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਜ਼ਾਰਾਂ ਕਿਸਾਨਾਂ ਨਾਲ ਦਿੱਲੀ ਪੁਲਿਸ ਸੂੰਝ ਰਹੀ ਹੈ। ਹੁਣ ਜੇ 26 ਜਨਵਰੀ ਨੂੰ 1 ਲੱਖ ਬਾਈਕਰਸ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਏ ਤਾਂ ਪੁਲਿਸ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਏ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਪੀਐਨਬੀ ਖਾਤਾ ਧਾਰਕਾਂ ਲਈ ਵੱਡੀ ਖਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਹਨਾਂ ਏਟੀਐਮ ਤੋਂ ਪੈਸੇ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ ਭਰ ਵਿੱਚ ਵੱਧ ਰਹੀਆਂ ਏਟੀਐਮ ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਏ। ਜੇ ਤੁਹਾਡਾ ਪੀਐਨਬੀ ਬੈਂਕ ਦਾ ਖਾਤਾ ਹੈ ਤਾਂ ਤੁਹਾਡੇ ਲਈ ਮਹੱਤਵਪੂਰਨ ਖਬਰ ਹੈ। 1 ਫਰਵਰੀ 2021 ਤੋਂ ਪੀਐਨਬੀ ਖਾਤਾ ਧਾਰਕਾਂ ਗੈਰ ਈਐਮਬੀ ਏਟੀਐਮ ਮਸ਼ੀਨਾਂ ਨਾਲ ਲੈਣ ਦੇਣ ਕਰਨ ਦੇ ਯੋਗ ਨਹੀਂ ਹੋਣਗੇ। ਭਾਵ ਤੁਸੀਂ ਗੈਰ ਈਵੀਐਮ ਮਸ਼ੀਨਾਂ ਤੋਂ ਨਗਦ ਨਹੀਂ ਕਢਵਾ ਸਕੋਗੇ। ਪੀਐਨਬੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕੀਤਾ ਹੈ ਕਿ ਆਪਣੇ ਗ੍ਰਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਪੀਐਨਬੀ ਤੋਂ ਗੈਰ ਈਵੀਐਮ ਏਟੀਐਮ ਮਸ਼ੀਨਾਂ ਤੋਂ ਲੈਣ ਦੇਣ ਗੈਰ ਵਿੱਤੀ ਤੇ ਪਾਬੰਦੀ ਲੱਗੇਗੀ। ਬੈਂਕ ਨੇ ਕਿਹਾ ਕਿ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੀਐਨਬੀ ਨੇ ਇਹ ਕਦਮ ਚੁੱਕਿਆ ਹੈ ਤਾਂ ਜੋ ਖਾਤਾਧਾਰਕਾਂ ਦਾ ਪੈਸਾ ਸੁਰੱਖਿਆ ਰਵੇ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ 'ਚ ਫੈਲਿਆ ਡਰ, ਏਮਸ ਦੇ ਡਾਇਰੈਕਟਰ ਨੇ ਇੰਜ ਕੀਤਾ ਦੂਰ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਕਰੋਨਾ ਵਾਇਰਸ ਟੀਕਾਕਰਨ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਿੰਤਾਵਾਂ ਨੇ। ਇਸ ਦੌਰਾਨ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਸੋਮਵਾਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਟੀਕੇ ਨਾਲ ਨਹੀਂ ਮਰੇਗਾ। ਕੋਵਿਡ ਟੀਕਾਕਰਨ ਦੀ ਮੁਹਿੰਮ 16 ਜਨਵਰੀ ਨੂੰ ਸ਼ੁਰੂ ਹੋਈ ਸੀ ਤੇ ਪਹਿਲੇ 2 ਦਿਨਾਂ ਦੌਰਾਨ ਟੀਕਾਕਰਨ ਤੋਂ ਬਾਅਦ 447 ਪ੍ਰਤੀਕੂਲ ਪ੍ਰਤੀਕਰਮ ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਸਾਈਡ ਇਫੈਕਟ ਦੇ ਸੀ, ਜਦਕਿ 3 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਟੀਕੇ ਲਗਾਉਣ ਤੋਂ ਬਾਅਦ ਸਾਈਡ ਇਫੈਕਟ ਐਲਰਜੀ ਬਾਰੇ ਰਣਦੀਪ ਗੁਲੇਰੀਆ ਨੇ ਕਿਹਾ ਕਿ ਸਾਨੂੰ ਮਾਮੂਲੀ ਸਾਈਡ ਇਫੈਕਟ ਤੋਂ ਡਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ ਕੋਈ ਦਵਾਈ ਲੈਂਦੇ ਹੋ ਤਾਂ ਕੁਝ ਐਲਰਜੀ ਵਾਲੀ ਪ੍ਰਤੀਕਿਰਿਆ ਹੋ ਸਕਦੀ ਹੈ। ਅਜਿਹੀ ਰਿਐਕਸ਼ਨ ਕੋਸਟਿੰਗ ਪੈਰਾਸੀਟਾਮੋਲ ਨਾਲ ਵੀ ਹੋ ਸਕਦਾ ਏ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਟ੍ਰੈਫਿਕ ਨਿਯਮਾਂ ਤੋੜਨ ਵਾਲੇ ਸਾਵਧਾਨ, ਜਲਦ ਸ਼ੁਰੂ ਹੋ ਸਕਦੀਆਂ ਨੇ ਟ੍ਰੈਫਿਕ ਉਲੰਘਣਾ। ਪੀਐਮ ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਬੀਮਾ ਰੈਗੂਲੇਟਰ ਨੇ ਇੱਕ ਕਾਰਜ ਸਮੂਹ ਨੇ ਟ੍ਰੈਫਿਕ ਉਲੰਘਣਾ ਪੀਐਮ ਪੇਸ਼ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਪੇਸ਼ਕਸ਼ ਵਿੱਚ ਆਪਣੇ ਆਪ ਨੂੰ ਨੁਕਸਾਨ ਦੀ ਭਰਪਾਈ, ਤੀਜੇ ਪੱਖ ਦੇ ਘਾਟੇ ਤੇ ਹੋਰ ਕਿਸਮ ਦੇ ਬੀਮਾ ਦੀ ਪੂਰਤੀ ਲਈ ਮੋਟਰ ਬੀਮਾ ਪੀਐਮਾਂ ਨਾਲ ਕੀਤੀ ਗਈ ਹੈ। ਇਹ ਪੀਐਮ ਆਪਣੇ ਆਪ ਤੇ ਤੀਜਾ ਧਿਰਾਂ ਦੀ ਨੁਕਸਾਨ ਲਈ ਬੀਮੇ ਨਾਲ ਹੋਵੇਗਾ। ਰੈਗੂਲੇਟਰ ਵੱਲੋਂ ਗਠਿਤ ਸਮੂਹ ਦੇ ਮੋਟਰ ਬੀਮੇ ਵਿੱਚ 5ਵੀਂ ਧਾਰਾ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਹੈ। ਟ੍ਰੈਫਿਕ ਬਲਿਊਲੇਸ਼ਨ ਪ੍ਰੀਮੀਅਮ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਹੈ। ਇਹ ਪ੍ਰੀਮੀਅਮ ਮੋਟਰ ਦੇ ਆਪਣੇ ਨੁਕਸਾਨ ਮੁੱਢਲੇ ਵਾਧੂ ਤੀਜੀ ਧਿਰਾਂ ਬੀਮਾ ਦੀ ਲਾਜ਼ਮੀ ਵਿਅਕਤੀਗਤ ਘਟਨਾਵਾਂ ਬੀਮਾ ਪ੍ਰੀਮੀਅਮ ਤੋਂ ਇਲਾਵਾ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ ਖਰੜਾ ਜਾਰੀ ਕਰਕੇ ਸਿਫਾਰਸ਼ਾਂ ਕੀਤੀਆਂ ਨੇ। ਵਾਧੇ ਹਾਂ ਜੀ ਅਗਲੀ ਖਬਰ ਵੱਲ। WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨਾਲ ਹਾਹਾਕਾਰ, 82 ਭਾਰਤੀ WhatsApp ਛੱਡਣ ਲਈ ਤਿਆਰ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ WhatsApp ਪਾਲਿਸੀ ਅਪਡੇਟ ਕਰਨਾ ਕੰਪਨੀ ਲਈ ਮੁਸੀਬਤ ਬਣ ਗਿਆ ਹੈ। WhatsApp ਨੇ ਆਪਣੀ ਨਵੀਂ ਨੀਤੀ ਵਿੱਚ ਕਿਹਾ ਸੀ ਉਹ ਉਪਭੋਗਤਾਵਾਂ ਨਾਲ ਡੇਟਾ ਤੇ Facebook ਸਣੇ ਕੰਪਨੀਆਂ ਨਾਲ ਸਾਂਝ ਕਰੇਗੀ। ਇਸ ਦੇ ਨਾਲ ਹੀ ਹੁਣ ਭਾਰਤੀ ਯੂਜ਼ਰ ਨੇ WhatsApp ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਨੇ ਦਿਖਾਇਆ ਕਿ ਭਾਰਤ ਵਿੱਚ ਸਿਰਫ 18% ਉਪਭੋਗਤਾ WhatsApp ਦੀ ਵਰਤੋਂ ਜਾਰੀ ਰੱਖ ਸਕਦੇ ਨੇ, ਜਦਕਿ 36% ਉਪਭੋਗਤਾਵਾਂ ਨੇ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਉਹ WhatsApp ਦੀ ਵਰਤੋਂ ਨੂੰ ਘਟਾਉਣਗੇ। ਇਸ ਤੋਂ ਇਲਾਵਾ 15% ਉਪਭੋਗਤਾਵਾਂ ਨੇ ਗੋਪਨੀਯਤਾ ਵਿਵਾਦ ਦੇ ਵਿਚਕਾਰ ਐਪੀ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਉਮੀਦ ਕੀਤੀ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ। 10ਵੀਂ ਪਾਸ ਲਈ ਸਰਕਾਰੀ ਨੌਕਰੀ ਦਾ ਸੁਨਹਿਰਾ ਮੌਕਾ, 15 ਸਾਲ ਦੀ ਉਮਰ ਵਾਲੇ ਵੀ ਕਰ ਸਕਦੇ ਨੇ ਅਪਲਾਈ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਰੇਲਵੇ ਵਿੱਚ ਨੌਕਰੀ ਕਰਨਾ ਚਾਹੁੰਦੇ ਨੇ ਤਾਂ ਨੌਜਵਾਨਾਂ ਲਈ ਖੁਸ਼ਖਬਰੀ। ਬਨਾਰਸ ਲੋਕੋ ਮੈਟ੍ਰਿਕ ਵਰਕਰ ਨੇ ਟ੍ਰੇਨੀ ਅਪੈਟਿਸ਼ ਦੀਆਂ ਅਸਾਮੀਆਂ ਲਈ ਭਰਤੀ ਖੋਲ ਦਿੱਤੀ ਹੈ। ਇੱਥੇ ਕੁੱਲ 374 ਅਸਾਮੀਆਂ ਭਰੀਆਂ ਜਾਣੀਆਂ ਨੇ। ਯੋਗ ਅਤੇ ਚਾਹਵਾਨ ਉਮੀਦਵਾਰਾਂ ਨੂੰ 15 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਨੇ। ਉਹਨਾਂ ਨੌਜਵਾਨਾਂ ਲਈ ਜੋ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਨੇ, ਇਹ ਇੱਕ ਵਧੀਆ ਮੌਕਾ ਹੈ। ਬਨਾਰਸ ਲੋਕੋ ਮੈਟ੍ਰਿਕ ਵਰਕਰ BLW ਵਿੱਚ ਵੱਖ-ਵੱਖ ਟ੍ਰੇਨਾਂ ਦੇ ITI ਪਾਸ ਉਮੀਦਵਾਰਾਂ ਲਈ 300 ਅਤੇ ਨੌਨ ITI ਪਾਸ ਉਮੀਦਵਾਰਾਂ ਲਈ 74 ਅਸਾਮੀਆਂ ਰੱਖੀਆਂ ਗਈਆਂ ਨੇ। ਉਮੀਦਵਾਰਾਂ ਨੂੰ ਅਰਜ਼ੀ ਦੀ ਫੀਸ 100 ਰੁਪਏ ਦੇਣੀ ਪਵੇਗੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕੈਪਟਨ ਦੀ ਮੋਦੀ ਨੂੰ ਸਲਾਹ, ਹੁਣ ਕੰਮ ਨਹੀਂ ਆਵੇਗੀ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਨੀਤੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਵੱਧਦੇ ਕਦਮਾਂ ਨੂੰ ਠੱਲਣ ਲਈ ਕੇਂਦਰ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਕਈ ਕਿਸਾਨ ਆਗੂਆਂ ਨੇ ਉਹਨਾਂ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਵੀ ਇਸੇ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਵਜੋਂ ਵੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਵਿਰੋਧੀ ਧਿਰਾਂ ਦੇ
ਨਿਸ਼ਾਨੇ ਤੇ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਦੇ ਇਸ ਵਤੀਰੇ ਦੀ ਨਿੰਦਾ ਕਰਦੇ ਹੋਏ ਸਰਕਾਰ ਨੂੰ ਅਜਿਹੇ ਹੱਥਕੰਡੇ ਵਰਤਣ ਤੋਂ ਸਾਵਧਾਨ ਕੀਤਾ ਹੈ। ਕੈਪਟਨ ਨੇ ਕੇਂਦਰ ਨੂੰ ਮੁਖਤਬ ਹੁੰਦਿਆਂ ਕਿਹਾ ਕਿ ਡਰਾਉਣ ਧਮਕਾਉਣ ਵਾਲੇ ਹੱਥਕੰਡੇ ਕਿਸਾਨਾਂ ਦੇ ਮਨਸੂਬਿਆਂ ਨੂੰ ਪਿਛਲੇ ਪੈਰੀ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਹੱਕਾਂ ਤੇ ਭਵਿੱਖ ਦੀ ਲੜਾਈ ਲੜਨ ਲਈ ਹੋਰ ਮਜ਼ਬੂਤ ਕਰਨਗੇ। ਕੈਪਟਨ ਨੇ ਸਵਾਲ ਕੀਤਾ ਹੈ ਕਿ ਕਿਸਾਨ ਵੱਖਵਾਦੀ ਤੇ ਅੱਤਵਾਦੀ ਜਾਪਦੇ ਨੇ। ਕੇਂਦਰ ਨੂੰ ਅਜਿਹੇ ਢੰਗ ਤਰੀਕਿਆਂ ਤੋਂ ਸਾਵਧਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਓਛੇ ਢੰਗ ਤਰੀਕੇ ਕਿਸਾਨਾਂ ਨੂੰ ਸਖਤ ਅਪਣਾਉਣ ਲਈ ਮਜ਼ਬੂਤ ਕਰਨਗੇ, ਜਿਸ ਨਾਲ ਨਜਿੱਠਣਾ ਸਰਕਾਰ ਨੂੰ ਔਖਾ ਹੋਵੇਗਾ। ਉਹਨਾਂ ਨੇ ਕੇਂਦਰ ਸਰਕਾਰ ਦੀ ਨੀਤੀ ਤੇ ਸਵਾਲ ਉਠਾਉਂਦੇ ਕਿਹਾ ਅਜਿਹੀਆਂ ਡਰਾਉਣ ਕਾਰਵਾਈਆਂ ਦੇ ਜ਼ਰੀਏ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਤੇ ਤੁਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਥਿਤੀ ਹੱਥੋਂ ਬਾਹਰ ਨਿਕਲ ਗਈ ਤਾਂ ਇਸ ਤੇ ਕਾਬੂ ਪਾਉਣ ਲਈ ਭਾਜਪਾ ਨੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਕੁਝ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਕਿਸਾਨੀ ਸੰਕਟ ਨੂੰ ਹੱਲ ਕਰਨ ਦੀ ਥਾਂ ਅੰਦੋਲਨਕਾਰੀ ਕਿਸਾਨਾਂ ਤੇ ਉਹਨਾਂ ਦੀ ਹਮਾਇਤੀਆਂ ਨੂੰ ਸਤਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਕਿਸਾਨ ਪ੍ਰਤੀ ਸੋਚ ਦਾ ਪਤਾ ਚੱਲਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਸੁਭਾਅ ਤੋਂ ਇਸ ਜੁਝਾਰੂ ਹੁੰਦੇ ਨੇ ਅਤੇ ਉਹਨਾਂ ਦੀ ਜੂਝਣ ਦੀ ਭਾਵਨਾ ਉਹਨਾਂ ਨੂੰ ਦੁਨੀਆ ਵਿੱਚ ਸਰਵੋਤਮ ਯੋਧੇ ਬਣਾਉਂਦੀ ਹੈ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਭਾਰਤ ਬਾਇਓਟੈਕ ਨੇ ਦਿੱਤੀ ਚੇਤਾਵਨੀ, ਇਹ ਲੋਕ ਭੁੱਲ ਕੇ ਵੀ ਨਾ ਲਗਾਇਓ ਕੋਵੈਕਸਿਨ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਭਾਰਤ ਬਾਇਓਟੈਕ ਦੀ ਕੋਵਿਡ-19 ਕੋਵੈਕਸਿਨ ਨੂੰ ਡਰੱਗ ਕੰਟਰੋਲ ਆਫ ਇੰਡੀਆ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲਣ ਦੇ ਕਈ ਲੋਕ ਆਲੋਚਨਾ ਕਰ ਰਹੇ ਨੇ। ਇਸ ਦੀ ਸੁਰੱਖਿਆ ਪ੍ਰਭਾਵਸ਼ਾਲੀ ਤੇ ਡੇਟਾ ਦੇ ਪਾਰਦਰਸ਼ੀ ਨੂੰ ਲੈ ਕੇ ਕਈ ਸਵਾਲ ਚੁੱਕ ਰਹੇ ਨੇ। ਇਸ ਵਿਚਕਾਰ ਭਾਰਤ ਬਾਇਓਟੈਕ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਕਿਸ਼ਨ ਐਲਾ ਨੇ ਕਿਹਾ ਕਿ ਕੋਵੈਕਸਿਨ 200% ਸੁਰੱਖਿਆ ਹੈ। ਸਾਨੂੰ ਵੈਕਸੀਨ ਬਣਾਉਣ ਦਾ ਵਧੀਆ ਤਜਰਬਾ ਹੈ। ਅਸੀਂ ਵਿਗਿਆਨਾਂ ਨੂੰ ਗੰਭੀਰਤਾ ਨਾਲ ਲੈਂਦੇ ਨੇ। ਮਾੜੇ ਪ੍ਰਭਾਵ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਜੇ ਕੋਈ ਪਹਿਲਾਂ ਤੋਂ ਹੀ ਬਿਮਾਰ ਹੈ ਤਾਂ ਦਵਾਈ ਚੱਲ ਰਹੀ ਹੈ ਤਾਂ ਇਸ ਤਰ੍ਹਾਂ ਦੇ ਲੋਕ ਫਿਲਹਾਲ ਕੋਵੈਕਸਿਨ ਨਾ ਲੈਣ। ਭਾਰਤ ਬਾਇਓਟੈਕ ਵੱਲੋਂ ਕੋਵੈਕਸਿਨ ਦੀ ਡਿਟੇਲ ਫੈਕਟ ਸ਼ੀਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿਹੇ ਮਰੀਜ਼ਾਂ ਨੂੰ ਇਮਿਊ ਸੰਪਰੋਸੈਟ ਹੱਲ ਜਾਂ ਇਮਿਊਡੈਫੀਨੇਸ਼ੀ ਦਾ ਸ਼ਿਕਾਰ ਨੇ ਉਹ ਵੀ ਵੈਕਸੀਨ ਲੈ ਸਕਦੇ ਨੇ। ਹਾਲਾਂਕਿ ਟ੍ਰਾਇਲ ਵਿੱਚ ਅਜਿਹੇ ਲੋਕਾਂ ਦੇ ਵੈਕਸੀਨ ਦਾ ਅਸਰ ਘੱਟ ਵੇਖਿਆ ਜਾ ਰਿਹਾ ਹੈ। ਆਮ ਤੌਰ ਤੇ ਕੀਮੋਥੈਰੇਪੀ ਕਰ ਰਹੇ ਕੈਂਸਰ ਦੇ ਮਰੀਜ਼, HIV ਪੋਜ਼ਿਟਿਵ ਲੋਕ ਅਤੇ ਸਟੀਰੋਇਡ ਲੈਣ ਵਾਲੇ ਲੋਕ ਇਮਿਊ ਸਪਰੈਸਡ ਹੁੰਦੇ ਨੇ। ਇਸ ਤੋਂ ਇਲਾਵਾ ਭਾਰਤ ਬਾਇਓਟੈਕ ਨੇ ਵੀ ਇਹ ਕਿਹਾ ਸੀ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਖੂਨ ਨਾਲ ਜੁੜੀਆਂ ਬਿਮਾਰੀਆਂ ਨੇ ਜਾਂ ਬਲੱਡ ਥਿਨਰਸ ਦੇ ਸ਼ਿਕਾਰ ਨੇ ਉਹ ਵੀ ਕੋਵੈਕਸਿਨ ਦੀ ਖੁਰਾਕ ਨਾ ਲੈਣ। ਇੱਥੇ ਜੋ ਵੀ ਫਿਲਹਾਲ ਬਿਮਾਰ ਹਨ, ਕੁਝ ਦਿਨਾਂ ਤੋਂ ਬੁਖਾਰ ਹੈ ਜਾਂ ਕੋਈ ਅਲਰਜੀ ਹੈ, ਉਹਨਾਂ ਨੂੰ ਵੀ ਕੋਵੈਕਸਿਨ ਦੀ ਡੋਜ਼ ਨਹੀਂ ਲੈਣੀ ਚਾਹੀਦੀ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਵਿੱਚ ਘਪਲਾ ਰੋਕਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਕਦਮ, ਬਦਲੀਆਂ ਸਕਾਲਰਸ਼ਿਪ ਯੋਜਨਾ ਦੀਆਂ ਸ਼ਰਤਾਂ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਚੰਡੀਗੜ੍ਹ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਦੁਬਾਰਾ ਕੋਈ ਘਪਲਾ ਨਾ ਹੋਣ ਤੇ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਆਪਣੀ ਨਵੀਂ ਸਕਾਲਰਸ਼ਿਪ ਸਕੀਮ ਵਿੱਚ ਕਈ ਬਦਲਾਵ ਕੀਤੇ ਨੇ। ਇਹਨਾਂ ਵਿੱਚ ਤਬਦੀਲੀਆਂ ਨੂੰ ਪੰਜਾਬ ਸਰਕਾਰ ਨੇ ਵੀ ਪ੍ਰਵਾਨਗੀ ਦਿੱਤੀ ਹੈ ਅਤੇ ਸਾਲ 2021-22 ਵਿੱਚ ਕੇਂਦਰ ਸਰਕਾਰ ਨੂੰ 563 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਹੈ। ਨਵੀਂ ਸਕੀਮ ਅਨੁਸਾਰ ਕੇਂਦਰ ਤੋਂ ਵਿਦਿਆਰਥੀਆਂ ਨੂੰ ਕੁੱਲ ਫੀਸ 60% ਅਤੇ ਰਾਜ ਸਰਕਾਰ ਨੂੰ 40% ਖਰਚ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਨਵੀਂ ਯੋਜਨਾ ਵਿੱਚ ਕਿਹਾ ਕਿ ਕਾਲਜਾਂ ਨੂੰ ਸਿੱਧੇ ਵਜ਼ੀਫੇ ਦੇਣ ਦੀ ਬਜਾਏ ਇਹ ਰਕਮ ਵਿਦਿਆਰਥੀਆਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ, ਜਦਕਿ ਰਾਜ ਸਰਕਾਰ ਆਪਣੇ ਹਿੱਸੇ ਵਿੱਚ 40% ਜਮ੍ਹਾਂ ਨਹੀਂ ਕਰਵਾਉਂਦੀ। ਉਦੋਂ ਤੱਕ ਕੇਂਦਰ ਸਰਕਾਰ ਨੂੰ ਵਿਦਿਆਰਥੀਆਂ ਦੇ ਖਾਤੇ ਵਿੱਚ ਆਪਣਾ ਹਿੱਸਾ ਨਹੀਂ ਪਵੇਗਾ। ਇਸ ਦੇ ਨਾਲ ਹੀ ਇਸ ਸਕੀਮ ਤਹਿਤ ਵਿਦਿਆਰਥੀਆਂ ਦੇ ਆਧਾਰ ਕਾਰਡ ਨਾਲ ਜੁੜੇ ਬੈਂਕ ਖਾਤੇ ਹੀ ਲਏ ਜਾਣਗੇ। ਰਾਜ ਦੇ ਸਮਾਜਿਕ ਸ਼ਕਤੀਕਰਨ ਵਿਭਾਗ ਦੀ ਤਰਫੋਂ ਵਿਦਿਆਰਥੀਆਂ ਨੂੰ ਨਵੀਂ ਯੋਜਨਾ ਤਹਿਤ ਵਜ਼ੀਫੇ ਲਈ ਦੁਬਾਰਾ ਅਰਜ਼ੀ ਦੇਣ ਲਈ ਕਿਹਾ ਗਿਆ ਹੈ। ਦਰਅਸਲ ਇਹ ਕੇਂਦਰ ਸਰਕਾਰ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਲ 2012 ਤੋਂ ਲੈ ਕੇ 17 ਤੱਕ ਚੱਲੀ ਇਸ ਯੋਜਨਾ ਵਿੱਚ ਕਾਲਜਾਂ ਦੇ ਜਾਲੀ ਦਾਖਲਾ ਦਿਖਾ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਸੀ। ਇਹ ਪ੍ਰਗਟਾਵਾ ਹਾਈ ਕੋਰਟ ਦੇ ਸਾਬਕਾ ਜੱਜ ਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਦੀ ਅਗਵਾਈ ਵਾਲੀ ਵਿਧਾਨ ਸਭਾ ਦੀ ਕਮੇਟੀ ਨੇ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕਾਲਜਾਂ ਨੇ ਸਕਾਲਰਸ਼ਿਪ ਦੀ ਰਕਮ ਲੈਣ ਲਈ ਇੱਕੋ ਵਿਦਿਆਰਥੀ ਦੇ 3 ਕਾਲਜਾਂ ਵਿੱਚ ਦਾਖਲਾ ਦਿਖਾਇਆ ਹੈ। ਤੱਥ ਇਹ ਵੀ ਸਾਹਮਣੇ ਆਇਆ ਕਿ ਸੂਬਾ ਸਰਕਾਰ ਆਪਣੇ ਹਿੱਸੇ ਦੀ ਰਕਮ ਅਦਾ ਨਹੀਂ ਕਰਨਗੀਆਂ। ਇਸ ਲਈ ਨਵੀਂ ਯੋਜਨਾ ਵਿੱਚ ਕੇਂਦਰ ਸਰਕਾਰ ਨੇ ਹਾਲਾਤ ਬਦਲ ਦਿੱਤੇ ਨੇ। ਇਸ ਸੰਬੰਧ ਵਿੱਚ ਮੁੱਖ ਸਕੱਤਰੀ ਬਿਨੀ ਮਹਾਜਨ ਵੱਲੋਂ ਸਾਰੇ ਵਿਭਾਗਾਂ ਦੇ ਸਕੱਤਰ ਨਾਲ ਬੈਠਕ ਤੋਂ ਬਾਅਦ ਇਹ ਮਾਮਲਾ ਉੱਠਿਆ ਹੈ। ਮੁੱਖ ਸਕੱਤਰ ਨੇ ਕਿਹਾ ਕਿ ਨਵੀਂ ਯੋਜਨਾ ਨੂੰ ਰਾਜ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਪਿਛਲੇ ਸਾਲ BRB ਅੰਬੇਦਕਰ ਸਕਾਲਰਸ਼ਿਪ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਬਹੁਤ ਜ਼ਿਆਦਾ ਅਰਜ਼ੀਆਂ ਨਹੀਂ ਆਈਆਂ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ 4 ਜਨਵਰੀ ਤੱਕ ਸਿਰਫ 1.39 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਵਾਦੇ ਹਾਂ ਜੀ ਅਗਲੀ ਖਬਰ ਵੱਲ। ਸਰਕਾਰੀ ਕਰਮਚਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ, ਵਧੀਆ ਸੈਲਰੀ ਦੇ ਨਾਲ ਮਿਲੇਗੀ 6 ਮਹੀਨੇ ਦੀ ਤਨਖਾਹ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਕਿ ਛੱਤੀਸਗੜ੍ਹ ਸਰਕਾਰ ਦੀ ਲਗਭਗ 5 ਲੱਖ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਭੁਪੇਸ਼ ਬਘੇਲ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਬਕਾਇਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਧੀ ਹੋਈ ਤਨਖਾਹ ਨੂੰ ਜਨਵਰੀ 2021 ਤੋਂ ਲਾਗੂ ਮੰਨਿਆ ਜਾਵੇਗਾ। ਇਹ ਜਾਣਕਾਰੀ ਛੱਤੀਸਗੜ੍ਹ ਦੇ ਵਿੱਤ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ ਹੈ। ਰਾਜ ਸਰਕਾਰ ਦੇ ਕਰਮਚਾਰੀਆਂ ਨੂੰ 1 ਜੁਲਾਈ 2020 ਤੋਂ 31 ਦਸੰਬਰ 2020 ਤੱਕ ਬਕਾਇਆ ਦਿੱਤਾ ਜਾਵੇਗਾ। ਭਾਵ 6 ਮਹੀਨੇ ਦੀ ਤਨਖਾਹ ਬਕਾਇਦੇ ਨਾਲ ਮੁਹੱਈਆ ਕਰਵਾਈ ਜਾਵੇਗੀ। ਇਸ ਤੇ ਰਾਜ ਸਰਕਾਰ 300 ਕਰੋੜ ਰੁਪਏ ਖਰਚ ਕਰੇਗੀ। ਇਸ ਦੌਰਾਨ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ
ਸਰਕਾਰ ਨੇ ਕਰਮਚਾਰੀ ਨੂੰ ਜਨਵਰੀ 2021 ਵਿੱਚ ਮਹਿੰਗਾਈ ਭੱਤੇ ਵਿੱਚ 4% ਵਾਧਾ ਮਿਲੇਗਾ, ਜਿਸ ਨੂੰ ਸਰਕਾਰ ਦੀ ਮਨਜ਼ੂਰੀ ਮਿਲ ਗਈ ਹੈ। ਮਹਿੰਗਾਈ ਭੱਤੇ ਵਿੱਚ ਇਹ ਵਾਧਾ 7ਵੇਂ ਕੇਂਦਰੀ ਤਨਖਾਹ ਕਮਿਸ਼ਨਰ ਦੇ ਸੁਝਾਅ ਪ੍ਰਵਾਨਿਤ ਫਾਰਮੂਲੇ ਦੇ ਆਧਾਰ ਤੇ ਹੋਵੇਗਾ। ਮਾਰਚ 2020 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਵਾਨਗੀ ਵਿੱਚ ਕੈਬਨਿਟ ਦੀ ਬੈਠਕ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਅਤੇ ਮਹਿੰਗਾਈ ਰਾਹਤ ਦੀ ਵਾਧੂ ਕਿਸ਼ਤ ਦਿੱਤੀ ਗਈ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਮੌਜੂਦਾ ਡੀਏ 17% ਨਾਲ 4% ਵਾਧਾ ਹੋਵੇਗਾ, ਜਿਸ ਦਾ ਅਰਥ ਹੈ ਕਿ ਡੀਏ 21% ਤੱਕ ਵਧੇਗਾ।